ਭੂਰਿਆਂ ਵਾਲੇ ਰਾਜੇ ਕੀਤੇ ਭਾਗ ਪਹਿਲਾ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਅਸਲ ਵਿੱਚ ਹੇਠਲੀ ਪੰਕਤੀ ਮੁਗਲਾਂ ਜ਼ਹਿਰ ਪਿਆਲੇ ਪੀਤੇ ਪਹਿਲਾਂ ਹੈ ਅਤੇ ਉਤਲੀ ਭੂਰਿਆਂ ਵਾਲੇ ਰਾਜੇ ਕੀਤੇ ਪਿੱਛੋਂ। ਸ਼ਾਹ ਅਨਾਇਤ ਜੋ ਪੂਰਾ ਇਮਾਨਦਾਰ, ਪੂਰਾ ਮੁਸਲਮਾਨ ਸੀ, ਦੇ ਚੇਲਿਆਂ ਵਾਰਸ ਸ਼ਾਹ, ਸਾਈਂ ਬੁੱਲੇ ਸ਼ਾਹ ਦੋਵੇਂ ਹੀ ਆਪਣੇ ਵੇਲੇ ਦੇ ਉੱਚ ਕੋਟੀ ਦੇ ਕਵੀ ਤੇ ਸੱਚੇ ਮੁਸਲਮਾਨ ਵਿੱਚੋਂ ਕਿਸੇ ਇੱਕ ਦੀਆਂ ਦੱਸੀਆਂ ਜਾਂਦੀਆਂ ਹਨ। ਦੋਹਾਂ ਧਿਰਾਂ ਦੇ ਉਪਾਸ਼ਕਾਂ ਦਾ ਆਪਣੇ ਆਪਣੇ ਹੱਕ ਵਿੱਚ ਰੌਲਾ ਹੈ ਜੋ ਅਜੇ ਤੱਕ ਮੁੱਕਿਆ ਨਹੀਂ, ਨਾ ਹੀ ਸਿਰੇ ਲੱਗਾ ਹੈ। ਇਹ 18ਵੀਂ ਸਦੀ ਵਿੱਚ ਸਿਰਫ ਸਿੱਖਾਂ ਨੂੰ ਕੀ ਜਫਰ ਜਾਲਣੇ ਪਏ, ਕਿਵੇਂ ਸਾਲਾਂ ਬੱਧੀ ਮੌਤ ਦੀ ਕੁਠਾਲੀ ਵਿੱਚ ਸੜ ਸੜ ਕੇ ਕੁੰਦਨ ਬਣਦੇ ਰਹੇ ਦੇ ਇਤਿਹਾਸ ਦਾ ਨਿਚੋੜ ਹੈ। ਉਹ ਕਿਹੜਾ ਜ਼ਹਿਰ ਸੀ ਜਿਸ ਦੇ ਪਿਆਲੇ ਮੁਗਲਾਂ ਪੀਤੇ, ਤੇ ਉਹ ਕਿਹੜੇ ਭੂਰੇ ਸਿੱਖਾਂ ਪਾਸ ਸਨ, ਤੇ ਇਹ ਕਿੱਥੋਂ ਆਏ ਜੋ ਉਹਨਾਂ ਉੱਪਰ ਲਏ ਤੇ ਆਪਣਾ ਰਾਜ ਕਾਇਮ ਕੀਤਾ। ਜ਼ਹਿਰ ਸਨ 1526 ਈਸਵੀ ਵਿੱਚ ਪਾਣੀਪਤ ਦੇ ਮੈਦਾਨ ਵਿੱਚ ਬਾਦਸ਼ਾਹ ਇਬਰਾਹਿਮ ਲੋਧੀ ਮਾਰਿਆ ਗਿਆ ਤੇ ਜੇਤੂ ਬਾਬਰ ਮਹਿਮੂਦ ਗਜ਼ਨਵੀ ਵਾਂਗ ਲੁੱਟ-ਮਾਰ ਕਰਕੇ ਪਛਾਣ ਨਹੀਂ ਮੁੜਿਆ। ਬਾਬਰ ਦੇ ਪਹਿਲੇ 5 ਹਮਲੇ ਨਾਕਾਮ ਰਹੇ, 6ਵਾਂ ਸਫਲ ਹੋਇਆ। ਸਿੱਟੇ ਵਜੋਂ ਮੁਗਲ ਰਾਜ ਪੱਕੇ ਪੈਰੀਂ ਕਾਇਮ ਹੋ ਗਿਆ। ਰਾਣਾ ਸਾਂਗਾ, ਰਾਣਾ ਸੰਗਰਾਮ ਸਿੰਘ, ਰਾਣਾ ਪ੍ਰਤਾਪ ਸਿੰਘ ਦਾ ਦਾਦਾ ਨਾਲ ਕਨਹਾਹ ਦੇ ਭੇੜ ਵਿੱਚ ਬਾਬਰ ਮਸਾਂ ਹੀ ਜਿੱਤਿਆ। ਫੌਜ ਨੂੰ ਹੌਸਲਾ ਦਿੱਤਾ, ਜਿੱਤਿਆ ਤੇ ਰਾਜ ਕਾਇਮ ਰਿਹਾ। ਬਾਬਰ ਨੂੰ 5 ਕੁ ਸਾਲਾਂ ਲਈ, ਹਮਾਯੂੰ ਨੂੰ 18 ਸਾਲਾਂ ਤੋਂ ਵੱਧ ਦਿੱਲੀ ਦੀ ਰਾਜ ਗੱਦੀ ਮੰਨਣੀ ਨਸੀਬ ਹੋਈ। ਭਾਵੇਂ ਸ਼ੇਰ ਸ਼ਾਹ ਸੂਰੀ ਨੇ ਤੇ ਪਿੱਛੋਂ ਉਸ ਦੇ ਵੰਸ਼ਾਂ ਨੇ ਉਸ ਨੂੰ ਮੁਲਕੋਂ ਬਾਹਰ ਧਕੇਲੀ ਰੱਖਿਆ। ਕੁਝ ਸਮੇਂ ਉਪਰੰਤ ਹਮਾਯੂੰ ਨੇ ਈਰਾਨ ਦੀ ਮਦਦ ਨਾਲ ਦਿੱਲੀ ਫਤਿਹ ਕੀਤੀ ਤੇ ਮੁਗਲ ਰਾਜ ਦੀ ਪੁਨਰ ਸਥਾਪਨਾ ਕੀਤੀ। ਪਰ ਕੁਝ ਸਾਲਾਂ ਬਾਅਦ ਹੀ ਉਹ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗਾ ਤੇ ਚੱਲ ਵਸਿਆ। ਫਿਰ ਅਕਬਰ ਆਇਆ। ਇਤਿਹਾਸਕਾਰਾਂ ਨੇ ਉਸ ਦੇ ਰਾਜ ਕਾਲ ਨੂੰ ਸਲਾਹਿਆ ਤੇ ਮਹਾਰਾਜਾ ਅਸ਼ੋਕ ਵਰਗਾ ਅਮਨ ਚੈਨ ਵਾਲਾ ਕਿਹਾ ਹੈ। ਅਕਬਰ ਦੇ ਪਿੱਛੋਂ ਜਹਾਂਗੀਰ ਤੋਂ ਲੈ ਕੇ 1780 ਈਸਵੀ ਤੱਕ ਨਾਦਰ ਸ਼ਾਹ, 1739 ਈਸਵੀ ਦਿੱਲੀ ਦਾ ਕਤਲੇਆਮ ਅੰਨੀ ਲੁੱਟ, 1748 ਈਸਵੀ ਤੋਂ 1772 ਈਸਵੀ ਤੱਕ ਮਹਿਮੂਦ ਸ਼ਾਹ ਦੁਰਾਨੀ, ਅਪ੍ਰੈਲ 1772 ਵਿੱਚ ਉਹ ਮਰਿਆ ਤੇ ਸਿੰਘ 1776 ਈਸਵੀ ਵਿੱਚ ਉਤਲੇ ਪੱਲੇ ਹੋਏ ਤੇ 1799 ਈਸਵੀ ਵਿੱਚ ਸਿੱਖ ਰਾਜ ਬਣਿਆ, ਜੋ ਮਹਾਰਾਜਾ ਰਣਜੀਤ ਸਿੰਘ ਪਿੱਛੋਂ 1839 ਈਸਵੀ ਬੇਈਮਾਨ ਬ੍ਰਾਹਮਣਾਂ ਤੇ ਨਮਕ ਹਰਾਮ ਡੋਗਰਿਆਂ ਨੇ ਆਪਣੀਆਂ ਨੀਚ ਚਾਲਾਂ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਤੇ ਰਾਜ ਸਮਾਪਤ ਕਰਕੇ ਮੁਲਕ ਪੰਜਾਬ ਨੂੰ ਅੰਗਰੇਜ਼ਾਂ ਦੇ ਗੁਲਾਮ ਬਣਾ ਦਿੱਤਾ, ਜੋ 29 ਮਾਰਚ 1849 ਤੋਂ ਲੈ ਕੇ 14 ਅਗਸਤ 1947 ਤੱਕ ਗੁਲਾਮ ਹੀ ਰਿਹਾ। ਫਿਰ ਅੱਗੇ ਸਿੱਖਾਂ ਗਲ ਬਾਣੀਆਂ ਬ੍ਰਾਹਮਣਾਂ ਦੀ ਗੁਲਾਮੀ ਪੈ ਗਈ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਫਾਂਸੀ ਤੇ ਚੜ੍ਹਨ ਵਾਲੇ 121 ਬੰਦਿਆਂ ਚੋਂ ਛੋਟੀ ਜਿਹੀ ਕੌਮ ਦੇ 93 ਵਿਅਕਤੀ ਫਾਂਸੀ ਤੇ ਚੜ੍ਹੇ, ਜਿਨ੍ਹਾਂ ਦੀ ਗਿਣਤੀ 80% ਤੋਂ ਉੱਪਰ ਸੀ। ਆਜ਼ਾਦੀ ਘੁਲਾਟੀਆਂ ਨੇ ਕਾਲੇ ਪਾਣੀ ਦੀਆਂ ਕੈਦਾਂ, ਹੋਰ ਉਮਰ ਕੈਦਾਂ ਘਰ-ਬਾਰ ਜ਼ਬਤ ਕਰਵਾ ਕੇ ਆਜ਼ਾਦੀ ਦੀ ਖੀਰ ਦਾ ਕੜਾਇਆ ਬ੍ਰਾਹਮਣਾਂ ਬਾਣੀਆਂ ਅੱਗੇ ਧਰ ਦਿੱਤਾ। ਮੁਲਕ ਦੀ ਵੰਡ ਵੇਲੇ ਸਭ ਕੁਝ ਲੁੱਟ ਪਟਾ ਇੱਧਰ ਆਏ, ਪਰ ਸ਼ਾਤਰ ਦਿਮਾਗ ਗਾਂਧੀ, ਨਹਿਰੂ, ਪਟੇਲ ਤੇ ਚੰਦੂ ਲਾਲ ਤਰਵੇਦੀ ਨੇ ਕੱਲ ਦੇ ਦੇਸ਼ ਭਗਤ ਸਿੱਖਾਂ ਨੂੰ ਜਦ ਲੋੜ ਸੀ ਲਾਠੀਆਂ, ਗੋਲੀਆਂ, ਜੇਲਾਂ, ਫਾਂਸੀਆਂ ਵੱਲ ਢਾਹ ਕੇ ਆਪਣਾ ਉੱਲੂ ਸਿੱਧਾ ਕਰਕੇ ਜਰਾਇਮ ਪੇਸ਼ਾ ਕਰਾਰ ਦੇ ਕੇ ਠੇਂਗਾ ਵਿਖਾ ਕੇ ਠੁਣ-ਠੁਣ ਗੋਪਾਲ ਬਣਾ ਦਿੱਤਾ, ਜੋ ਅੱਜ ਤੱਕ ਬੌਂਦਲੇ ਤੇ ਰੁਲਦੇ ਫਿਰਦੇ ਹਨ ਕਿ ਸਾਡੇ ਨਾਲ ਇਹ ਕੀ ਬਣਿਆ। ਸਿੱਖੋ, ਅਜੇ ਤੁਹਾਡੇ ਨਾਲ ਬਹੁਤ ਕੁਝ ਬਣਨਾ ਹੈ। ਪੰਜਾਬ ਰੇਗਿਸਤਾਨ ਬਣੇਗਾ ਤੇ ਬਰਬਰ ਉੱਡੇਗੀ। ਅਜੇ ਵੀ ਸੁਰਤ ਕਰੋ, ਆਪਣਾ ਆਪ ਤੇ ਸਮਾਂ ਪਛਾਣੋ।
ਤੁਹਾਡੇ ਦੁਆਲੇ ਪੁਦਾਲੇ ਤੁਹਾਡੀਆਂ ਬੇੜੀਆਂ 'ਚ ਵੱਟੇ ਪਾਉਣ ਵਾਲੇ किस तरह हरल हरल करते फिर रहे हैं। हजारों रहबर फिरते हैं लवाजे खिजर में, जिंदगी चाहिए तो इनकी पहचान पैदा कर। बाबा बंदा सिंह बहादुर अमृत छक के सिंह सज कलगीधर जी तो हदायतां ते थापड़ा लैके सिर्फ 5 ਸਿੰਘਾਂ ਨਾਲ पंजाब नूं चढ़ पिया ते दिल्ली लागे शहर खरखोडा दे नज़दीक सिरही ते खंडा 2 पिंडां दरमियान डेरा आण लाया। ਉਹ ਕੈਥਲ ਤੋਂ ਹੀ ਲੋਹੇ ਦਾ ਸੁਹਾਗਾ ਬਣ ਗਿਆ। ਥਾਣੇਸਰ ਕੁਰੂਕਸ਼ੇਤਰ ਨੂੰ ਨਹੀਂ ਛੇੜਿਆ। ਜਲਾਦ ਜਲਾਲੋਦੀਨ ਜਿਸ ਨੇ 34 ਸਾਲ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸਲ ਬੇਗ ਤੇ ਬਾਸ਼ਲ ਬੇਗ ਆਦਿ ਨੂੰ ਮੌਤ ਦੇ ਘਾਟ ਉਤਾਰਿਆ। ਸਮਾਣਾ ਸ਼ਹਿਰ ਤਹਿਸ ਨਹਿਸ ਕਰ ਦਿੱਤਾ। ਸਦਾ ਬਹਾਰੀ ਹੱਸਦਾ ਵਸਦਾ ਸ਼ਹਿਰ ਸੜੀਆਂ ਇਮਾਰਤਾਂ ਦਾ ਮਲਬਾ ਤੇ ਵਿੱਚੋਂ ਉੱਠਦੇ ਧੂਏ ਤੇ ਗਲੀ ਬਾਜ਼ਾਰਾਂ ਲਾਸ਼ਾਂ ਨਾਲ ਅੱਟੇ ਪਏ ਨਜ਼ਰ ਆਉਂਦੇ ਸਨ। ਜਿਸ ਸ਼ਹਿਰ ਵਿੱਚੋਂ 22 ਪਾਲਕੀਆਂ ਨਿਕਲਦੀਆਂ ਸਨ, ਸ਼ਾਮ ਤੱਕ ਖੰਡਰ ਹੀ ਖੰਡਰ ਕਰ ਦਿੱਤਾ ਗਿਆ। ਜਿੱਥੇ ਬੜੇ ਬੜੇ ਅਮੀਰ ਸਜਦਾਂ ਸ਼ੇਖਾਂ ਮੁਗਲਾਂ ਪਠਾਣਾ ਤੇ ਰੰਗੜਾਂ ਦਾ ਵਾਸਾ ਸੀ ਅਤੇ ਜੋ ਮਜ਼ਲੂਮਾਂ ਦਾ ਲਹੂ ਨਿਚੋੜ ਕੇ ਧਨੀ ਕੁਬੇਰ ਬਣੇ ਬੈਠੇ ਸਨ, ਸਭ ਨੂੰ ਮਾਂਜ ਸੂਤ ਕੇ ਅਗਲੇ ਜਹਾਨ ਨੂੰ ਰਵਾਨਾ ਕਰ ਦਿੱਤਾ। ਚੁਫੇਰੇ ਦੇ ਪਿੰਡਾਂ ਦੇ ਲੋਕ ਜੋ ਇਹਨਾਂ ਦੇ ਸਤਾਏ ਹੋਏ ਸਨ, ਸੱਦ ਕੇ ਮਾਲ ਡੰਗਰ ਤੇ ਉਹਨਾਂ ਦੀਆਂ ਬਹੂ ਬੇਟੀਆਂ ਵਾਪਸ ਉਹਨਾਂ ਦੇ ਹਵਾਲੇ ਕਰਵਾਈਆਂ ਤੇ ਧੰਨ ਧੰਨ ਕਰਵਾਈ। ਇਸਮਾਈਲਾਬਾਦ, ਕਢਾਮ, ਸ਼ਾਹਪੁਰ, ਕੁੰਜਪੁਰਾ, ਵਜ਼ੀਰ ਖਾਨ ਦਾ ਜੱਦੀ ਪਿੰਡ, ਸਢੌਰਾ, ਛੱਤ ਬਨੂੜ ਆਦਿ ਮਾਰੇ। ਰੋਪੜ ਰੁਕੇ ਸਿੰਘ ਮਝੈਲ ਨਾਲ ਰਲਾ ਕੇ ਚੱਪੜ ਚਿੜੀ ਜੋ ਸਰਹੰਦ ਦੇ ਉੱਤਰ ਪੱਛਮ ਵਿੱਚ ਹੈ ਵੱਲ ਵਧੇ। ਵਜ਼ੀਰ ਖਾਨ ਦੇ ਹਾਥੀਆਂ, ਤੋਪਾਂ, ਘੋੜ ਰਸਾਲੇ, ਪੈਦਲ ਤੇ ਬੇਓੜਕਾ ਮੁਲਖਈਆ ਦਾ ਟਿੱਡੀ ਦਲ ਚੀਰ ਪਾੜ ਸੁੱਟਿਆ। ਵਜ਼ੀਰ ਖਾਨ ਮਾਰ ਕੇ ਉਸ ਦੀ ਲਾਸ਼ ਰੁੱਖ ਨਾਲ ਪੁੱਠੀ ਟੰਗ ਕੇ ਸਾੜ ਦਿੱਤੀ। ਅਗਲੇ ਦਿਨ ਸਰਹੰਦ ਅੱਪੜ ਕੇ ਕਿਲੇ ਵਿੱਚ ਬੈਠੇ ਮੁਗਲਾਂ ਨੂੰ ਜਿਨ੍ਹਾਂ ਮਾਮੂਲੀ ਟਾਕਰਾ ਕੀਤਾ ਨੂੰ ਮਾਰ ਮੁਕਾਇਆ ਤੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ। ਸੋਚਾਨੰਦ ਬ੍ਰਾਹਮਣ ਤੇ ਉਸ ਦਾ ਪੁੱਤਰ ਸਮੇਤ ਸਾਰਾ ਪਰਿਵਾਰ ਬੁਰੀ ਦੁਰਦਸ਼ਾ ਕਰਕੇ ਮਾਰਿਆ। ਸ਼ੇਖ ਸਰਹੰਦੀ ਦਾ ਪੁੱਤਰ ਖਵਾਜਾ ਮਾਸੂਮ ਸਾਰਾ ਟੱਬਰ ਟੋਰ ਲੈ ਕੇ ਦਿੱਲੀ ਜਾ ਵੜਿਆ ਤੇ ਬਚ ਗਿਆ। ਬਾਬਾ ਬੰਦਾ ਸਿੰਘ ਜੀ ਨੇ ਪਾਣੀਪਤ ਕਰਨਾਲ ਤੋਂ ਲੈ ਕੇ ਸਤਲੁਜ ਦੇ ਖੱਬੇ ਕੰਢੇ ਤੱਕ ਮਾਰ ਕੇ ਕਪਾਲ ਮੋਚਨ ਤੋਂ 28 ਮੀਲ ਉੱਤਰ ਵਿੱਚ ਸੋਨ ਨਦੀ ਤੋਂ ਪਾਰ ਮੋਹਨਪੁਰ ਪਿੰਡੋਂ 1.5 ਮੀਲ ਉਤਾਂ ਬਾਦਸ਼ਾਹ ਸ਼ਾਹਜਹਾਂ ਦੇ ਬਣਾਏ ਮੁਗਲਸਗੜ੍ਹ ਨੂੰ ਅਕਾਲਗੜ੍ਹ ਨਾਮ ਦੇ ਕੇ ਆਪਣੀ ਰਾਜਧਾਨੀ ਬਣਾ ਲਈ। ਸਾਡੇ ਕੋਈ 6 ਸਾਲ ਦੇ ਰਾਜ ਪਿੱਛੋਂ ਗੁਰਦਾਸ ਨੰਗਲ ਦੀ ਗੜ੍ਹੀ ਦੇ 8 ਮਹੀਨਿਆਂ ਤੋਂ ਵੱਧ ਘੇਰੇ ਪਿੱਛੋਂ ਜ਼ਬਰਦਸਤ ਖਾਂ ਦਲੇਰੇ ਜੰਗ ਲਾਹੌਰ ਦੇ ਗਵਰਨਰ ਦੀਆਂ ਝੂਠੀਆਂ ਕਸਮਾਂ ਤੇ ਯਕੀਨ ਕਰਕੇ ਗੜ੍ਹੀਓਂ ਬਾਹਰ ਆ ਗਏ। ਪਰ ਖਾਨ ਨੇ ਕਸਮਾਂ ਭੁਲਾ ਕੇ ਗ੍ਰਿਫਤਾਰ ਕਰਕੇ 740 ਸਿੰਘਾਂ ਸਮੇਤ ਬਾਦਸ਼ਾਹ ਫਰਖਸ਼ੀਅਰ ਦੇ ਜਾ ਪੇਸ਼ ਕੀਤੇ। ਇਸ ਨੇ ਇਸਲਾਮ ਜਾਂ ਕਤਲ ਭਾਵ ਜਾਨ ਜਾਂ ਮੌਤ ਲਾਲਚ ਤੇ ਡਰ ਦਿੰਦਿਆਂ ਅਤ ਕਮੀਨੇ ਰਾਜਸੀ ਢੁੱਚਰ ਵਾਅਦੇ ਕੀਤੇ ਗਏ, ਪਰ ਸਿੰਘ ਆਪਣੇ ਧਰਮ ਤੇ ਕਾਇਮ ਰਹੇ। ਹਾਰਡਿੰਗ ਲਾਇਬ੍ਰੇਰੀ ਤੇ ਹੁਣ ਗਾਂਧੀ ਲਾਇਬ੍ਰੇਰੀ ਵਾਲੀ ਥਾਂ ਜੋ ਰੋਸ਼ਨ ਖਾਨ ਵਾਲੀ ਮਸੀਤ ਲਾਗੇ ਹੈ, ਰੋਜ਼ 100 ਕਰਕੇ 5 ਮਾਰਚ 1716 ਈਸਵੀ ਤੋਂ ਸ਼ੁਰੂ ਕਰਕੇ 7 ਦਿਨਾਂ ਵਿੱਚ ਸ਼ਹੀਦ ਕੀਤੇ ਗਏ। ਸਿੱਖ ਨੇ ਧਰਮ ਪਰਿਵਰਤਨ ਕਰਕੇ ਜਾਨ ਬਚਾਉਣ ਨੂੰ ਬੜੀ ਘਿਰਣਾ ਨਾਲ ਤਿਰਸਕਾਰਿਆ। 3 ਮਹੀਨੇ ਬਾਅਦ ਬਾਬਾ ਬੰਦਾ ਸਿੰਘ ਤੇ ਉਹਨਾਂ ਦੇ ਭੁਜੰਗੀ ਅਜੇ ਸਿੰਘ ਉਮਰ 4 ਸਾਲ ਨੂੰ ਜਿਵੇਂ ਸ਼ਹੀਦ ਕੀਤਾ ਗਿਆ, ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਐਸੀ ਮਿਸਾਲ ਕਿਤੇ ਨਹੀਂ ਮਿਲਦੀ। ਬਾਬਾ ਬੰਦਾ ਸਿੰਘ ਜੀ ਦੇ ਚੋਟੀ ਦੇ ਜਰਨੈਲ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ ਬਾਬਾ ਜੀ ਦੇ ਸਾਹਮਣੇ ਸ਼ਹੀਦ ਕੀਤੇ ਸਨ। ਉਹਨਾਂ ਨੂੰ ਵੀ ਇਸਲਾਮ ਕਬੂਲ ਕਰਨ ਲਈ ਲਾਲਚ ਵਜੋਂ ਰਾਜਸੀ ਢੁੱਚਰੀ ਵਾਅਦੇ ਕੀਤੇ ਗਏ, ਪਰ ਉਹਨਾਂ ਧਰਮ ਨਾ ਤਿਆਗਿਆ। ਬਾਬਾ ਬੰਦਾ ਸਿੰਘ ਜੀ ਦੇ ਪੁੱਤਰ ਤੇ ਸਾਰੇ ਸਾਥੀਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਸਿੱਖਾਂ ਦੀਆਂ ਸ਼ਹਾਦਤਾਂ ਦਾ ਅਮੁੱਕ ਸਿਲਸਿਲਾ ਜਾਰੀ ਰਿਹਾ।
ਮੁਖਬਰਾਂ ਤੇ ਸਰਕਾਰੀ ਪੱਖਪਾਤੀਆਂ ਦੀ ਚੜ੍ਹ ਮਚ ਗਈ। ਗੁਰਮੁਖ ਸਿੱਖ ਜੋ ਵਾਹੀਵਾਨ ਸਨ ਤੇ ਅਮਨ ਚੈਨ ਨਾਲ ਰਹਿੰਦੇ ਸਨ ਨੂੰ ਵੀ ਝੂਠੇ ਇਲਜ਼ਾਮ ਲਾ ਸ਼ਹੀਦ ਕਰਵਾਉਣਾ ਸ਼ੁਰੂ ਕਰ ਦਿੱਤਾ। ਨਖਾਸ ਚੌਂਕ ਵਾਲੀ ਥਾਂ ਲਾਹੌਰ ਤੇ ਵੱਡੇ ਰੇਲਵੇ ਸਟੇਸ਼ਨ ਦੇ ਐਨ ਲਾਗੇ ਦੂਰੋਂ ਨੇੜਿਓਂ ਫੜੇ ਸਿੱਖ ਰੋਜ਼ ਕਤਲ ਹੁੰਦੇ ਤੇ ਕਦੇ ਖੂਨ ਸੁੱਕਦਾ ਨਾ। ਪਹਿਲਾਂ ਜ਼ਬਰਦਸਤ ਖਾਂ ਦਲੇਰੇ ਜੰਗ, ਫਿਰ ਜ਼ਕਰੀਆ ਖਾਨ ਖਿਤਾਬ ਖਾਨ ਬਹਾਦਰ ਤੇ ਉਸ ਦੇ ਪਿੱਛੋਂ ਉਸ ਦੇ ਪੁੱਤਰਾਂ ਤੇ ਇਹਨਾਂ ਪਿੱਛੋਂ ਮੀਰ ਮਨੂ ਨੇ ਪੂਰਾ ਟਿੱਲ ਲਾ ਕੇ ਸਿੱਖਾਂ ਨੂੰ ਮੁਕਾ ਦੇਣ ਦੇ ਯਤਨ ਕੀਤੇ। ਨਾਲ ਦੇ ਅਰੋੜਾ ਖੱਤਰੀ ਭਰਾਵਾਂ ਲਖਪਤ ਤੇ ਜਸਪਤ ਨੇ ਵੀ ਪੱਬਾਂ ਭਾਰ ਹੋ ਕੇ ਮੁਗਲ ਸਰਕਾਰ ਦੇ ਇਸ ਨੇਕ ਕੰਮ ਵਿੱਚ ਯੋਗਦਾਨ ਪਾਇਆ। ਲਖਪਤ ਨੇ ਤਾਂ ਬਹੁਤੀ ਅੱਤ ਚੁੱਕ ਲਈ। ਉਸ ਨੇ ਦਰਬਾਰ ਸਾਹਿਬ ਸਮੇਤ ਬਹੁਤ ਸਾਰੇ ਗੁਰ ਅਸਥਾਨਾਂ ਦੀ ਬੇਹੁਰਮਤੀ ਕੀਤੀ। ਭਾਈ ਮਨੀ ਸਿੰਘ ਜੀ ਦਾ ਕੂੜ ਚਾਲ ਨਾਲ ਕਤਲ, ਭਾਈ ਤਾਰਾ ਸਿੰਘ ਜੀ ਵਾਂ ਵਾਲਿਆਂ ਉੱਤੇ ਚੜ੍ਹਾਈ, 21 ਸਿੰਘਾਂ ਦਾ ਕਤਲ ਤੇ ਵਾੜਾ ਸਾੜਨਾ, ਮੱਸੇ ਰੰਗੜ ਤੋਂ ਦਰਬਾਰ ਸਾਹਿਬ ਦਾ ਨਿਰਾਦਰ ਤੇ ਸਰੋਵਰ ਨੂੰ ਮਿੱਟੀ, ਕੂੜੇ ਕਰਕਟ ਤੇ ਹੱਡਾਂ ਖੱਲਾਂ ਆਦਿ ਨਾਲ ਅੱਟ ਦੇਣਾ ਲੱਖੂ ਦਾ ਹੀ ਕਾਰਾ ਸੀ। ਅਬਦੁਲ ਰਜ਼ਾਕ ਰਸੂਲ ਨਗਰੀਏ ਜ਼ਿਲ੍ਹਾ ਗੁਜਰਾਂਵਾਲਾ ਹੁਣ ਪਾਕਿਸਤਾਨ ਵਿੱਚ ਨੇ ਵੱਧ ਕੇ ਸਾਥ ਦਿੱਤਾ। ਲੱਖੂ ਦਾ ਸਭ ਤੋਂ ਭਿਆਨਕ ਦੁਸ਼ਟ ਕਾਰਾ ਬੇਗੁਨਾਹ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸੀ। ਫਿਰ ਆਪਣੇ ਭਰਾ ਜਸਪਤ ਜੱਸੂ ਦੇ ਮਾਰੇ ਜਾਣ ਦੇ ਬਦਲੇ ਵਿੱਚ ਹਜ਼ਾਰਾਂ ਗੁਰਮੁਖ ਸਿੱਖਾਂ ਨੂੰ ਬਾਲ ਬੱਚੇ ਤੇ ਬੀਬੀਆਂ ਸਮੇਤ ਤਹਿ ਤੇਗ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਤੇ ਪਵਿੱਤਰ ਗੁਟਕੇ ਸੜਵਾਉਣੇ ਤੇ ਖੂਹਾਂ ਦਰਿਆਵਾਂ ਵਿੱਚ ਸੁਟਵਾਉਣੇ, ਗੁਰੂ ਸਾਹਿਬਾਨ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਣ ਵਾਲਿਆਂ ਦੇ ਪੇਟ ਚਾਕ ਕਰਵਾਉਣੇ, ਸਿੱਖਾਂ ਦੇ ਖਾਤਮੇ ਦਾ ਬੀੜਾ ਚੁੱਕਣਾ, ਗੁੜ ਆਖਣ ਤੇ ਰੋਕ ਕਿ ਇਸ ਨਾਲ ਗੁਰੂ ਯਾਦ ਆਉਂਦਾ ਹੈ, ਤੇ ਫਿਰ ਜਈਆ ਖਾਨ ਪੁੱਤਰ ਜ਼ਕਰੀਆ ਖਾਨ ਮੂਹਰੇ ਪੱਗ ਸੁੱਟਣੀ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਨਿਬੇੜ ਕੇ ਹੀ ਪੱਗ ਬੰਨਾਂਗਾ ਜੇ ਤੁਸੀਂ ਬਣਾਓਗੇ ਤਾਂ। ਇਹ ਸਨ ਉਸ ਮਹਾਨ ਪਾਪੀ ਦੇ ਮਹਾਪਾਪ। ਲਖਪਤ ਦੇ ਬੋਲ ਸੁਣ ਕੇ ਜਈਆ ਖਾਨ ਦੇ ਦਿਲ ਦੀ ਹੋਈ। ਉਸ ਨੂੰ ਹੋਰ ਕੀ ਚਾਹੀਦਾ ਸੀ, ਉਹ ਵੀ ਇੱਕ ਹਿੰਦੂ ਹੱਥੋਂ। ਜਈਆ ਖਾਨ ਨੇ ਉਸ ਨੂੰ ਮੂੰਹ ਮੰਗੀ ਫੌਜ ਤੇ ਅਸਲਾ ਪ੍ਰਦਾਨ ਕਰਕੇ ਸਿੰਘਾਂ ਵਿਰੁੱਧ ਚਾੜਤਾ। ਪਹਿਲੇ ਘੱਲੂਘਾਰੇ ਵਿੱਚ 12 ਤੋਂ 15 ਹਜ਼ਾਰ ਤੱਕ ਸਿੰਘ ਸ਼ਹੀਦ ਕੀਤੇ ਗਏ। ਉਸ ਦਾ ਬੀੜਿਆ ਦੁੱਕਾ ਫਿਰ ਵੀ ਪੂਰਾ ਨਾ ਹੋਇਆ। ਪਹਿਲੇ ਘੱਲੂਘਾਰੇ 2 ਜੂਨ 1746 ਈਸਵੀ ਵਿੱਚ ਅਤੇ ਵੱਡੇ ਘੱਲੂਘਾਰੇ 5 ਫਰਵਰੀ 1762 ਈਸਵੀ ਤੱਕ ਸਿੱਖਾਂ ਉੱਤੇ ਕੀ ਵਾਪਰਦਾ ਰਿਹਾ ਬਿਆਨ ਕਰਨਾ ਕਲਮ ਦੇ ਵੱਸੋਂ ਬਾਹਰ ਹੈ। ਨਾਦਰ ਸ਼ਾਹ ਨੇ ਜਦ ਸੁਣਿਆ ਕਿ ਸਿੰਘਾਂ ਦਾ ਘਰ ਘਾਟ ਘੋੜਿਆਂ ਦੀਆਂ ਕਾਠੀਆਂ ਤੇ ਹੀ ਹੈ ਤਾਂ ਉਹ ਜ਼ਕਰੀਆ ਖਾਨ ਨੂੰ ਮੱਤਾਂ ਦਿੰਦਾ ਹੈ ਕਿ ਸਿੰਘਾਂ ਨੂੰ ਕਾਬੂ ਕਰੋ, ਨਹੀਂ ਤਾਂ ਤੁਹਾਡੇ ਰਾਜ ਦੀ ਖੈਰ ਨਹੀਂ। ਇਹ ਹਦਾਇਤ ਦੇ ਕੇ ਉਹ ਪੰਜਾਬੋਂ ਤੁਰ ਗਿਆ। ਫਿਰ ਅਹਿਮਦ ਸ਼ਾਹ ਅਬਦਾਲੀ ਹਿੰਦ ਨੂੰ ਲੁੱਟਣ ਲਈ ਚੜ੍ਹ ਆਇਆ। ਉਸ ਨਾਲ ਸਿੰਘ ਕਿਵੇਂ ਜੂਝਦੇ ਰਹੇ। ਹਿੰਦੂਆਂ ਕਰਨਾਲ, ਰੋਹਤਕ, ਹਿਸਾਰ ਤੇ ਗੁੜਗਾਵਾਂ ਦੇ ਜਾਟ, ਜਿਨ੍ਹਾਂ ਨੂੰ ਅੱਜ ਅਖੌਤੀ ਅਸਲ ਆਰੀਆ ਕਹਿੰਦਾ ਪ੍ਰੈਸ ਮਹਾਸ਼ਾ ਮੂੰਹ ਵਿੱਚ ਜ਼ੁਬਾਨ ਨਹੀਂ ਪਾਉਂਦਾ, ਮਰਹੱਟੇ, ਮੱਧ ਪ੍ਰਦੇਸ਼ ਦੇ ਅਖੌਤੀ ਸੂਰਮੇ, ਡੋਗਰੇ ਤੇ ਗੋਰਖੇ ਅਤੇ ਖੀਰਾਂ ਨਾਲ ਰੱਜਣ ਵਾਲੇ ਬਿੱਪਰ ਦੇਵਤੇ ਅਬਦਾਲੀ ਮੂਹਰੇ ਸਿੱਧੇ ਨਾ ਹੋਏ। ਕੁਝ ਪਹਾੜੀ ਜਾ ਚੜੇ, ਕੁਝ ਖੁੱਡੀ ਜਾ ਵੜੇ, ਬਾਕੀ ਸਿਰ ਸੁੱਟੀ ਕੁੱਟੀ ਦੇ ਤੇ ਲੁੱਟੀ ਦੇ ਰਹੇ। ਬਿਲਕੁਲ ਬਿਰਕੇ ਤੱਕ ਨਾ ਸਿੰਘ ਹੀ ਅਬਦਾਲੀ ਨਾਲ ਟੱਕਰਦੇ ਰਹੇ। ਉਸ ਨੇ ਸਿੰਘਾਂ ਨਾਲ ਸੁਲ੍ਹਾ ਸਫਾਈ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿੰਘਾਂ ਦਾ ਜਵਾਬ ਸੀ, ਤੇਰੀ ਸਾਡੀ ਸੁਲ੍ਹਾ ਅੱਗ ਬਰੂਦ ਦਾ ਕੀ ਮੇਲ। ਜਿਨ੍ਹਾਂ ਖਾਤਰ ਕਦੇ ਤਲਵਾਰਾਂ ਮਿਆਨ ਵਿੱਚ ਨਾ ਕੀਤੀਆਂ, ਉਹ ਲੂਲੇ ਪਾਂਗਲੇ ਬਣੇ ਤਮਾਸ਼ਾ ਵੇਂਦੇ ਰਹੇ। ਬਾਗਬਾਨ ਨੇ ਆਗ ਦੀ ਜਬ आशियाने को मेरे जिन पे तकिया था वही पत्ते हवा देने लगे। ਅਪ੍ਰੈਲ 1772 ਵਿੱਚ ਅਹਿਮਦ ਸ਼ਾਹ ਮਰਨ ਤੱਕ ਤੇ ਫਿਰ ਉਸ ਦੇ ਵੰਸ਼ਾਂ ਨਾਲ ਤਲਵਾਰ ਖੜਕਦੀ ਰਹੀ ਤੇ ਉਸ ਦੀ ਰਹਿੰਦ ਖੂੰਦ ਨੂੰ ਮੁਲਕੋਂ ਕੱਢ ਕੇ ਹੀ ਬਸ ਕੀਤੀ। ਦੁਰਾਨੀਆਂ ਦੇ ਵਾਪਸ ਜਾਣ ਤੋਂ ਮਗਰੋਂ ਮੁਗਲ ਰਾਜ ਦਾ ਸਿੱਖਾਂ ਉੱਤੇ ਦਮਨ ਚੱਕਰ ਫਿਰ ਚੱਲ ਪਿਆ। ਫੌਜਾਂ ਹਰ ਵੇਲੇ ਹਰਲ ਹਰਲ ਕਰਦੀਆਂ ਫਿਰਦੀਆਂ।
ਸਿੱਖਾਂ ਦੇ ਸਿਰਾਂ ਤੇ ਹਰ ਪਲ ਮੌਤ ਕੂਕਦੀ ਰਹਿੰਦੀ। ਚਾਰ ਚੁਫੇਰੇ ਜ਼ੁਲਮ ਜ਼ਬਰ ਦਾ ਝੱਖੜ ਚੜ੍ਹਿਆ ਰਹਿੰਦਾ। ਮੀਰ ਮੰਨੂ ਨੇ ਤਾਂ ਐਸੀ ਅਖੀਰ ਕੀਤੀ ਕਿ ਸਿੰਘ ਉਸ ਨੂੰ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਉਚਰਦੇ ਰਹਿੰਦੇ। ਅਖੀਰ ਉਹ 1752 ਈਸਵੀ ਵਿੱਚ ਸਿੰਘਾਂ ਦੇ ਮਗਰ ਪਿਆ ਹੋਇਆ ਘੋੜੇ ਤੋਂ ਡਿੱਗਾ ਤੇ ਘਸੀਟਦਾ ਮਰਿਆ ਤੇ ਮਗਰੋਂ ਲੱਥਾ। ਇੱਥੇ ਹੀ ਬਸ ਨਹੀਂ, ਮੁਗਲਾਂ ਦੁਰਾਨੀਆਂ ਨਾਲੋਂ ਵੀ ਵੱਧ ਅਤਿਆਚਾਰ ਚਾਲੂ ਰੱਖਿਆ। ਜ਼ੁਲਮੋ ਸਿਤਮ, ਲੁੱਟ-ਕੁੱਟ ਮਾਰਦੀ ਤਾਂ ਪਰਲੋ ਹੀ ਲਿਆ ਛੱਡੀ। ਸਿੱਖਾਂ ਨਾ ਝੁਕਣਾ ਸੀ ਤੇ ਨਾ ਹੀ ਝੁਕੇ। ਬੇਸ਼ੱਕ ਘਰ ਘਾਟ ਛੱਡ ਕੇ ਝੱਲੀ ਜੰਗਲੀ ਪਹਾੜੀ ਜਾ ਟਿਕਾਣੇ ਕੀਤੇ। ਜੰਗਲਾਂ ਦਾ ਮੂਲ ਕੰਧ, ਘਾਹ ਦੀਆਂ ਜੜ੍ਹਾਂ, ਪੱਤੇ ਤੇ ਛੱਲਾਂ, ਚਸ਼ਮਿਆਂ ਦਾ ਪਾਣੀ ਇਹੋ ਸਿੰਘਾਂ ਦੀ ਖੁਰਾਕ ਸੀ ਤੇ ਹਰ ਵੇਲੇ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ। ਕਈ ਚਿਰ ਲੂਣ ਤੇ ਮਿੱਠੇ ਦਾ ਸਵਾਦ ਵੀ ਨਾ ਚਖਿਆ। ਚੁਫੇਰੇ ਜ਼ੁਲਮੀ ਕਹਿਰ ਹੀ ਕਹਿਰ, ਅਤਿਆਚਾਰ ਦੇ ਇਹ ਵਰਤਾਰੇ ਸਨ, ਪਰ ਸਿੰਘਾਂ ਨੇ ਹੱਠ ਕਾਇਮ ਰੱਖਿਆ। ਇਹ ਹੱਠ ਮੁਗਲ ਰਾਜ ਲਈ ਜ਼ਹਿਰ ਖਾਣ ਤੁਲ ਸੀ, ਜੋ ਮੁਗਲ ਰਾਜ ਦੇ ਨਾਸ਼ ਦਾ ਕਾਰਨ ਬਣਦਾ ਜਾ ਰਿਹਾ ਸੀ। ਇਸੇ ਸਚਾਈ ਨੂੰ ਕਹਿਣ ਵਾਲਿਆਂ ਨੇ ਜ਼ਹਿਰ ਦੇ ਪਿਆਲੇ ਕਿਹਾ ਹੈ। ਭੂਰੇ ਤੇ ਭੂਰਿਆਂ ਵਾਲੇ। ਭੂਰੇ ਕਈ ਪਿੰਡਾਂ ਦਾ ਨਾਮ ਵੀ ਹੈ, ਪਰ ਜਿਨ੍ਹਾਂ ਭੂਰਿਆਂ ਦਾ ਜ਼ਿਕਰ ਇਸ ਕਿਤਾਬ ਵਿੱਚ ਹੋਇਆ ਹੈ ਉਹ ਇੱਕ ਵਿਸ਼ੇਸ਼ ਕਿਸਮ ਦੀ ਉੱਨ, ਊਠ, ਭੇਡ, ਬੱਕਰੀ ਜਾਂ ਜਾਕ ਦੀ ਉੱਨ ਕੱਤ ਕੇ ਬਣਾਏ ਜਾਂਦੇ, ਜੋ ਕਾਫੀ ਮੋਟੇ ਤੇ ਮਜ਼ਬੂਤ ਹੁੰਦੇ। ਹੋਰ ਕੱਪੜੇ ਲੱਤੇ ਦਾ ਤਾਂ ਨਾਮ ਹੀ ਨਾ ਲਓ। 2 ਕਛਹਿਰੇ, 1 ਚਾਦਰ ਤੇ 2 ਭੂਰੇ, ਇੱਕ ਸਿੰਘ ਦੇ ਆਪਣੇ ਲਈ ਤੇ ਦੂਜਾ ਭੂਰਾ ਘੋੜੇ ਲਈ। ਬਸ ਦੋਹਾਂ ਨਾਲ ਹੀ ਸਿਆਲ ਕੱਢ ਲੈਂਦੇ। ਰਵਾਇਤੀ ਹਥਿਆਰ ਸੇਲਾ, ਨੇਜ਼ਾ, ਕਿਰਪਾਨ, ਢਾਲਾ ਤੇ ਅਰਾਕਾ ਘੋੜਾ ਸਦਾ ਦੇ ਯਾਰ ਸਨ। ਔਰੰਗਜ਼ੇਬ ਦੇ ਮਗਰੋਂ ਮੁਗਲ ਰਾਜ ਵਿੱਚ ਸਿੱਖ ਬਾਗੀ ਗਰਦਾਨੇ ਗਏ। ਸੱਜੇ ਖੱਬੇ, ਅੱਗੇ ਪਿੱਛੇ ਮੌਤ ਹੀ ਮੌਤ। ਸਿਰ ਤੋੜ ਵਾਲੀ ਜ਼ੁਲਮੀ ਸਰਕਾਰ ਪਾਸੋਂ ਨਿਆਂ ਕਿੱਥੋਂ, ਜੋ ਤੁਲੀ ਹੀ ਸਿੱਖਾਂ ਨੂੰ ਮਾਰ ਮਕਾਉਣ ਉੱਤੇ ਸੀ। ਉਸ ਸਮੇਂ ਨਿੱਤ ਧਾੜੇ, ਲੁੱਟਾਂ ਖੋਹਾਂ, ਮਾਰ ਕੁਟਾਈ ਤੇ ਕਤਲੋ ਗਾਰਤ ਕੀਤੇ ਜਾਂਦੇ। ਸਿੱਖਾਂ ਦੀ ਖਬਰ ਮਿਲਦਿਆਂ ਹੀ ਗਸ਼ਤੀ ਫੌਜ ਦੇ ਕਟਕ ਚੜ੍ਹ ਪੈਂਦੇ। ਕਾਬੂ ਆਏ ਸਿੱਖ ਥਾਂ ਤੇ ਹੀ ਕਤਲ ਅਤੇ ਘਰ-ਬਾਰ ਸਾੜਿਆ ਫੂਕਿਆ ਜਾਂਦਾ। ਇਹ ਸੀ ਉਸ ਵੇਲੇ ਦਾ ਸਰਕਾਰੀ ਚਾਲ ਚੱਲਣ। ਜ਼ਿੰਦਗੀ ਦਾ ਕਾਫੀਆ ਅਸਲੋਂ ਤੰਗ ਕਰਨ ਲਈ ਸਖਤ ਡੌਂਡੀ ਪਿਟਵਾਈ ਹੋਈ ਸੀ। ਕੋਈ ਇਹਨਾਂ ਨਾਲ ਵਰਤੋਂ ਵਿਹਾਰ ਨਾ ਰੱਖੇ, ਕੋਈ ਹਟਵਾਣੀਆਂ, ਕਿਸੇ ਵੀ ਕਿਸਮ ਦਾ ਸੌਦਾ ਇਹਨਾਂ ਨੂੰ ਨਾ ਦੇਵੇ। ਉਲੰਘਣਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲੇਗੀ। ਫਿਰ ਕਿਹੜਾ ਮਾਈ ਦਾ ਲਾਲ, ਮੌਤ ਵਿਹਾਜਦਾ। ਜ਼ੁਲਮੋ ਸਿਤਮ, ਬੇਨਿਆਈ ਤੇ ਮੌਤ ਦੀ ਚੱਕੀ ਦੀ ਜਦ ਅੱਤ ਹੋ ਜਾਵੇ ਤਾਂ ਇਹ ਇਨਕਲਾਬ ਨੂੰ ਜਨਮ ਦਿੰਦੇ ਹਨ। ਜਿੱਥੇ ਇਹ ਵਰਤਾਰਾ ਹੋਇਆ, ਜ਼ੁਲਮੋ ਆਤਰ, ਦੱਬੇ ਕੁਚਲੇ ਉੱਠ ਕੇ ਧਾਰ ਲਈ। ਇੰਜ ਮਰਨ ਨਾਲੋਂ ਜ਼ਾਲਮਾਂ ਜ਼ਾਬਰਾਂ ਦੇ ਗਲ ਪੈ ਕੇ ਮਰੀਏ। ਬਸ ਫਿਰ ਮੱਚ ਪਏ ਭਾਂਬੜ, ਤਖਤ ਉਲਟਾ ਤੇ ਮਨਮਾਨੀਆਂ ਕਰਨ ਵਾਲੇ ਭੋਰਾ ਤੇ ਰਤੀ ਕੀਤੇ। ਅਤਿਆਚਾਰੀ ਭਾਵੇਂ ਕਿੰਨਾ ਵੀ ਤਕੜਾ ਕਿਉਂ ਨਾ ਹੋਵੇ, ਅੰਤ ਹਮੇਸ਼ਾ ਇਹੋ ਹੁੰਦਾ ਆਇਆ ਹੈ। ਸਪੇਨ, ਫਰਾਂਸ, ਅਮਰੀਕਾ, ਰੂਸ, ਹਿੰਦੁਸਤਾਨ, ਈਰਾਨ, ਚੀਨ ਅਤੇ ਕਿਊਬਾ ਦੀਆਂ ਮਿਸਾਲਾਂ ਸਾਹਮਣੇ ਹਨ। ਸਿੱਖਾਂ ਦਾ ਮੁਗਲ ਕੀ ਹਸ਼ਰ ਕਰ ਰਹੇ ਸਨ। ਜਦ ਅੱਤ ਹੋ ਗਈ ਤਾਂ ਜੰਗਲਾਂ, ਬੇਲਿਆਂ ਤੇ ਪਹਾੜਾਂ ਦਾ ਆਸਰਾ ਲਿਆ। ਆਸਰਾ ਤਾਂ ਲੱਭ ਲਿਆ, ਪਰ ਖਾਣ ਤੇ ਪਹਿਨਣ ਕੀ। ਮਾਰ ਮਕਾਉਣ ਵਾਲੀਆਂ ਫੌਜਾਂ ਵੀ ਮਗਰੇ ਚੱਪਾ ਫੋਲਦੀਆਂ ਤੇ ਲੱਭਦੀਆਂ ਫਿਰਨ। ਚੂੰ ਕਰ ਅੱਜ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਉੱਠੇ ਸਿੰਘ ਫਿਰ ਪਬਕਾ ਕੇ ਧਰ ਲਿਆ ਅੱਗੇ ਮੁਗਲਾਂ, ਸੱਜਦਾਂ, ਪਠਾਣਾ, ਰੰਗੜਾਂ ਤੇ ਗੁਜਰਾਂ ਨੂੰ। ਖੱਬੀ ਖਾਨ ਹੰਕਾਰੇ ਹਾਕਮਾਂ ਦੇ ਨਾਸੀ ਧੂਆਂ ਚੜਾਉਣ ਲੱਗੇ। ਧਿਆਨ ਦੇਣ ਵਾਲੀ ਗੱਲ ਹੈ ਕਿ ਖਾਣ ਨੂੰ ਰੋਟੀ ਨਹੀਂ, ਕੰਦ ਮੂਲ, ਰੁੱਖਾਂ ਦੇ ਪੱਤੇ। ਕਦੇ ਕੋਈ ਸ਼ਿਕਾਰ ਵੀ ਮੈਦਾਨ ਵਿੱਚ ਆ ਕੇ ਲੱਗੇ, ਪੱਕੇ ਪਹਿਰਿਆਂ ਵਿੱਚੋਂ ਮਾਰ ਧਾੜ, ਖੁਹਾ ਖੁਹਾਈ, ਜੋ ਖਾਣ ਪੀਣ ਤੇ ਲੀੜਾ ਕੱਪੜਾ ਤੇ ਹਥਿਆਰ ਘੋੜੇ ਹੱਥ ਆਉਂਦੇ, ਲੈ ਕੇ ਜਿੱਧਰੋਂ ਆਉਂਦੇ ਉਧਰ ਲੋਪ ਹੋ ਜਾਂਦੇ। ਬੰਦਾ ਸਿੰਘ ਬਹਾਦਰ ਨੇ ਸਤਿਗੁਰਾਂ ਦੀ ਬਖਸ਼ਿਸ਼ ਥਾਪੜਾ ਲਿਆ, ਪੰਜਾਬ ਆਇਆ,
ਸਿੰਘ ਇਕੱਠੇ ਕੀਤੇ ਪੰਜਾਬ ਦਾ ਬਹੁਤ ਵੱਡਾ ਹਿੱਸਾ ਮੁਗਲ ਸਰਕਾਰ ਤੋਂ ਖੋਹ ਕੇ ਖਾਲਸਾ ਰਾਜ ਕਾਇਮ ਕੀਤਾ। ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ। ਮੌਲਵੀ ਮੁਲਾਣਿਆਂ ਕਾਜ਼ੀਆਂ ਦੀ ਕਿਆਂ ਤੇ ਹਾਲ ਪਾਰਿਆ ਮੱਚੀ, ਪਰ ਸਰਕਾਰ ਬਾਬਾ ਜੀ ਵਿਰੁੱਧ ਕੁਝ ਨਾ ਕਰ ਸਕੀ। ਬਾਬਾ ਜੀ ਨੇ ਬਾਦਸ਼ਾਹਾਂ ਨਾਲ ਮੱਥਾ ਲਾਇਆ ਤੇ ਬੜੇ ਮਾਰ ਕੇ ਮਾਰੇ। ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਪਿੱਛੋਂ ਜ਼ਬਰਦਸਤ ਖਾਨ ਦਲੇਰੇ ਜੰਗ, ਸੂਬਾ ਪੰਜਾਬ ਜ਼ਕਰੀਆ ਖਾਨ ਬਹਾਦਰ, ਉਸ ਦਾ ਪੁੱਤ ਜਹੀਆ ਖਾਨ, ਸ਼ਾਹ ਨਵਾਜ਼ ਤੇ ਦਿੱਲੀ ਦੇ ਵੱਡੇ ਵਜ਼ੀਰ ਦਾ ਪੁੱਤ ਮੀਰ ਮੰਨੂ, ਲੱਖੂ, ਜੱਸੂ, ਨਾਦਰ ਸ਼ਾਹ, ਅਹਿਮਦ ਸ਼ਾਹ ਵੀ ਜ਼ੋਰ ਲਾ ਥੱਕੇ। ਭੂਰਿਆਂ ਵਾਲਿਆਂ ਨਾ ਈਨ ਮੰਨੀ ਤੇ ਨਾ ਝੁਕੇ। 2 ਘੱਲੂਘਾਰੇ ਵਰਤਾਏ, ਮੌਤ ਦੇ ਝੱਖੜ ਚੁਲਾਏ, ਤਾਂ ਵੀ ਸਿੰਘਾਂ ਰਤਾ ਪਰਵਾਹ ਨਾ ਕੀਤੀ। ਸਿੰਘਾਂ ਆਪਣੀ ਅਣਖ, ਸਬਰ, ਸਿਦਕ ਅਤੇ ਅਕਾਲ ਪੁਰਖ ਤੇ ਭਰੋਸੇ ਨੂੰ ਕਦੇ ਨਾ ਛੱਡਿਆ। ਕਾਜ਼ੀ ਨੂਰ ਮੁਹੰਮਦ ਗੰਜਾਬੇ ਵਾਲਾ ਮੀਰ ਨਸੀਰ ਖਾਨ ਕਲਾਤ ਵਾਲੇ ਨਾਲ ਆਇਆ, ਜੋ ਅਹਿਮਦ ਸ਼ਾਹ ਦੁਰਾਨੀ ਦੀ ਸਿੱਖਾਂ ਨੂੰ ਮਾਰ ਮਕਾਉਣ ਲਈ 12,000 ਘੋੜ ਸਵਾਰਾਂ ਨਾਲ ਮਦਦ ਕਰਨ ਆਇਆ ਸੀ। ਕਾਜ਼ੀ ਜੀ ਨੇ ਸਿੱਖਾਂ ਨੂੰ ਮਰਦਿਆਂ ਵੇਖਣਾ ਅਤੇ ਉਹਨਾਂ ਨੂੰ ਮਾਰਨ ਵਾਲੇ ਖਾਨਾਂ ਦੀਆਂ ਵਾਰਾਂ ਲਿਖਣੀਆਂ ਸਨ। ਉਹ ਸਿੱਖਾਂ ਦਾ ਵੱਡਾ ਵੈਰੀ ਸੀ। ਸਿੱਖਾਂ ਨੂੰ ਸੂਰਖਾਨੇ, ਕਾਫਰ, ਦੋਜ਼ਕੀ, ਬਦਰਗੇ, ਸੱਗ ਤੇ ਹੋਰ ਬੁਰੇ ਸ਼ਬਦਾਂ ਨਾਲ ਯਾਦ ਕਰਦਾ ਸੀ ਨੇ। ਜਦੋਂ ਅੱਖੀਂ ਸਿੰਘਾਂ ਦੀ ਬਹਾਦਰੀ ਤੇ ਇਖਲਾਕ ਦੀ ਉੱਚਤਾ ਵੇਖੀ ਤਾਂ ਜੰਗਨਾਮੇ ਵਿੱਚ 2.5 ਸਫ਼ੇ ਸਿੰਘਾਂ ਦੀ ਸਿਫਤ ਵਿੱਚ ਲਿਖੇ ਉਸ ਦਾ ਪਹਿਲਾ ਸ਼ੇਅਰ ਸੱਗਾਂ ਰਾਮਗੋ ਸੱਗ ਕੇ ਹਸਤੰਦ ਸ਼ੇਰ ਕੁਜ਼ਾ, ਸੱਗ ਬਵਦ ਆਂ ਸ਼ੇਰੇ ਦਲੇਰ, ਭਾਵ ਕੁੱਤੇ ਮਤ ਕਹੋ, ਇਹ ਜੰਗੀ ਸੂਰਮੇ ਸ਼ੇਰ ਕੁੱਤੇ ਕਿਵੇਂ ਹੋ ਸਕਦੇ ਹਨ। ਸਿੰਘਾਂ ਬਾਹਰਲੇ ਧਾੜਵੀ, ਵਿਸ਼ੇਸ਼ ਤੌਰ ਤੇ ਏਸ਼ੀਆ ਦਾ ਅਜਿੱਤ ਜਰਨੈਲ ਅਖਵਾਉਣ ਵਾਲੇ ਅਹਿਮਦ ਸ਼ਾਹ ਦੁਰਾਨੀ ਨੂੰ ਪੰਜਾਬ ਤੇ ਹਿੰਦੁਸਤਾਨ ਤੋਂ ਐਸਾ ਚੱਲਦਾ ਕੀਤਾ ਕਿ ਫਿਰ ਇੱਧਰ ਮੂੰਹ ਕਰਨ ਦੀ ਵੀ ਹਿੰਮਤ ਨਾ ਰਹੀ। ਮੁੱਕਦੀ ਗੱਲ, ਸਿੰਘਾਂ ਦੀ ਤਾਕਤ ਦੀ ਦਿੱਖ ਅੱਗੇ ਕੋਈ ਟਿਕ ਨਾ ਸਕਿਆ। ਸ੍ਰੀ ਅਕਾਲ ਪੁਰਖ ਉੱਤੇ ਭਰੋਸਾ ਤੇ ਆਪਣੇ ਡੌਲਿਆਂ ਦੇ ਬਲ ਨਾਲ ਪੰਜਾਬ ਨੂੰ ਕਬਜ਼ੇ ਹੇਠ ਕਰਕੇ ਆਪਣਾ ਖਾਲਸਾ ਰਾਜ ਕਾਇਮ ਕਰ ਲਿਆ। ਇਹ ਸਨ ਭੂਰਿਆਂ ਵਾਲੇ ਤੇ ਭੂਰਿਆਂ ਵਾਲਿਆਂ ਦੀ ਤਾਕਤ, ਜਿਸ ਦੇ ਕਾਬਲ ਕੰਧਾਰ ਤੱਕ ਡੰਕੇ ਵੱਜੇ। ਅੱਜ ਕੱਲ ਦੇ ਖਿਆਲੀ ਨਾਮ ਤਰੀਕ ਹੈਂਕੜਬਾਜ਼ ਸੂਰਮਿਆਂ ਨੇ ਕਦੀ ਵੀ ਸਿੰਘਾਂ ਦਾ ਸਾਥ ਨਾ ਦਿੱਤਾ। ਨਮਕ ਹਰਾਮ ਡੋਗਰਿਆਂ ਨੇ ਮਕਾਰ ਬਿਪਰਾਂ ਗਦਾਰੀਆਂ ਕਰਕੇ ਨਿੱਜੀ ਹਿੱਤਾਂ ਲਈ ਉਸ ਖਾਲਸਾਈ ਰਾਜ ਨੂੰ ਗਰਕ ਕਰ ਦਿੱਤਾ। ਭੂਰਿਆਂ ਵਾਲੇ ਰਾਜੇ ਕੀਤੇ ਭਾਗ ਪਹਿਲਾ, ਜਾਣ ਪਛਾਣ ਵਜੋਂ ਸ਼ਬਦ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।